ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਕਰਾਂਗੇ 8ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਪਾਠ 24 ਜੋ ਕਿ ਹੈ ਅਮਰੀਕ ਸਿੰਘ ਦਿਆਲ ਜੀ ਹੋਰਾਂ ਦਾ ਲਿਖਿਆ ਹੋਇਆ ਲੇਖ ਸਮੇਂ-ਸਮੇਂ ਦੀ ਗੱਲ। ਸਮੇਂ-ਸਮੇਂ ਦੀ ਗੱਲ ਪਾਠ ਸਾਨੂੰ ਅੱਜ ਕੱਲ੍ਹ ਦੇ ਸੰਚਾਰ ਦੇ ਤੇਜ਼ ਸਾਧਨਾਂ ਫੋਨ, ਮੋਬਾਈਲ, ਇੰਟਰਨੈਟ ਤੋਂ ਪਹਿਲਾਂ ਦੇ ਸਮੇਂ ਜਦੋਂ ਕਿ ਸਿਰਫ ਚਿੱਠੀ ਪੱਤਰ ਹੁੰਦਾ ਸੀ ਦੇ ਦਰਸ਼ਨ ਕਰਾਉਂਦਾ ਹੈ ਤੇ ਨਾਲ ਹੀ ਸੰਚਾਰ ਦੇ ਤੇਜ਼ ਸਾਧਨਾਂ ਦੇ ਆਉਣ ਨਾਲ ਕੀ ਪ੍ਰਭਾਵ ਪਏ ਉਸ ਬਾਰੇ ਵੀ ਇੱਕ ਹਲਕੀ ਜਿਹੀ ਜਾਣਕਾਰੀ ਦਿੰਦਾ ਹੈ। ਤਾਂ ਆਓ ਪੁਰਾਣੇ ਸਮੇਂ ਦੇ ਦਰਸ਼ਨ ਕਰਦੇ ਹਾਂ ਇਸ ਲੇਖ ਨੂੰ ਪੜ੍ਹ ਕੇ। ਪਹੁੰਚਦਾ ਹੀ ਚਿੱਠੀ ਲਿਖਦੇ ਹੀ ਮੇਰੇ ਪੁੱਤਰਾ ਆਪਣੀ ਖਬਰਸਾਰ ਦੀ ਕੰਮਕਾਰ ਦੇ ਸਿਲਸਿਲੇ ਵਿੱਚ ਘਰੋਂ ਦੂਰ ਜਾ ਰਹੇ ਆਪਣੇ ਪੁੱਤਰ ਨੂੰ ਅਲਵਿਦਾ ਕਹਿੰਦਿਆਂ ਮਾਂ ਅਕਸਰ ਇਹ ਸ਼ਬਦ ਕਹਿਣਾ ਕਦੇ ਨਾ ਭੁੱਲਦੀ ਕਿਉਂਕਿ ਉਦੋਂ ਇੱਕ ਦੂਸਰੇ ਨਾਲ ਗੱਲ ਕਰਨ ਦਾ ਸਾਧਨ ਚਿੱਠੀ ਹੁੰਦਾ ਸੀ। ਇਹ ਉਹ ਸਮਾਂ ਸੀ ਜਦੋਂ ਪਿੰਡਾਂ ਦੇ ਡਾਕਖਾਨਿਆਂ ਵਿੱਚ ਵਾਹਵਾ ਭੀੜ ਜੁੜਦੀ ਹੁੰਦੀ ਸੀ। ਕਰਿਆਨੇ ਅਤੇ ਹੋਰ ਨਿੱਕ ਸੁੱਕ ਦੀਆਂ ਦੁਕਾਨਾਂ ਵਿੱਚ ਡਾਕਖਾਨੇ ਦੀਆਂ ਸ਼ਾਖਾਵਾਂ ਹੁੰਦੀਆਂ ਸਨ। ਦੁਕਾਨਾਂ ਭਾਵੇਂ ਸਾਰਾ ਦਿਨ ਖੁੱਲ੍ਹੀਆਂ ਰਹਿੰਦੀਆਂ ਪਰ ਡਾਕਖਾਨੇ ਦਾ ਕੰਮ ਸਵੇਰੇ ਅਤੇ ਸ਼ਾਮ ਵੇਲੇ ਹੀ ਚੱਲਦਾ ਸੀ। ਸਵੇਰ ਵੇਲੇ ਤਾਂ ਜ਼ਰੂਰੀ ਕੰਮ ਵਾਲੇ ਚੰਦ ਕੁ ਬੰਦੇ ਹੀ ਡਾਕਖਾਨੇ ਜਾਂਦੇ ਪਰ ਤਕਾਲਾਂ ਵੇਲੇ ਮਤਲਬ ਸ਼ਾਮ ਵੇਲੇ ਡਾਕ ਦੀ ਉਡੀਕ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੁੰਦਾ। ਤਾਂਤਾ ਤੋਂ ਭਾਵ ਬਹੁਤ ਭੀੜ, ਬਹੁਤ ਜ਼ਿਆਦਾ ਰਸ਼ ਹੋਣਾ। ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਫੌਜੀਆਂ ਦੇ ਬਜ਼ੁਰਗ ਬਾਪ, ਬੱਚੇ ਅਤੇ ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਪਰਿਵਾਰਿਕ ਮੈਂਬਰ ਹੁੰਦੇ। ਸਵੇਰੇ 10 ਕੁ ਵਜੇ ਡਾਕ ਵਾਲੀ ਥੈਲੀ ਪਿੰਡੋਂ ਨਿਕਲਦੀ ਅਤੇ ਸ਼ਾਮ 3 ਕੁ ਵਜੇ ਆਉਂਦੀ। ਸਿਆਲ ਦੇ ਠੰਡੇ ਦਿਨ ਹੋਣ ਚਾਹੇ ਗਰਮੀਆਂ ਦੀ ਪਿੰਡਾਂ ਲੂੰਦੀ ਧੁੱਪ, ਚਿੱਠੀ ਆਉਣ ਦੀ ਆਸ ਨਾਲ ਲੋਕ 2 ਕੁ ਵਜੇ ਡਾਕਖਾਨੇ ਵਿੱਚ ਜੁੜਨਾ ਸ਼ੁਰੂ ਹੋ ਜਾਂਦੇ। ਡਾਕ ਆਉਣ ਤੱਕ ਵੱਖ-ਵੱਖ ਵਿਸ਼ਿਆਂ ਤੇ ਗੱਲਾਂ ਛਿੜਦੀਆਂ। ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਸਿਆਸਤ ਤੱਕ ਦੀਆਂ ਗੱਲਾਂ ਇੱਥੇ ਹੁੰਦੀਆਂ। ਸਾਬਕਾ ਫੌਜੀ 1965 ਅਤੇ 1971 ਦੀਆਂ ਲੜਾਈਆਂ ਦਾ ਵਰਣਨ ਇਸ ਪ੍ਰਕਾਰ ਕਰਦੇ ਕਿ ਲੜਾਈ ਦਾ ਦ੍ਰਿਸ਼ ਸਾਹਮਣੇ ਆ ਜਾਂਦਾ। ਡਾਕ ਆਉਣ ਉਪਰੰਤ ਜਿਨ੍ਹਾਂ ਦੇ ਸੰਬੰਧੀਆਂ ਦੀਆਂ ਚਿੱਠੀਆਂ ਆਉਂਦੀਆਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ। ਬਾਕੀ ਕੱਲ੍ਹ ਤੇ ਆਸ ਰੱਖ ਕੇ ਘਰਾਂ ਨੂੰ ਪਰਤ ਜਾਂਦੇ ਮਤਲਬ ਵਾਪਿਸ ਚਲੇ ਜਾਂਦੇ। ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ। ਡਾਕ ਦੀ ਲਿਖਾ ਪੜ੍ਹੀ ਦਾ ਕੰਮ ਦੁਕਾਨ ਵਾਲੇ ਲਾਲਾ ਜੀ ਕਰਦੇ ਸਨ। 3-3 4-4 ਪਿੰਡਾਂ ਵਿੱਚ ਚਿੱਠੀਆਂ ਵੰਡਣ ਦੀ ਜ਼ਿੰਮੇਵਾਰੀ ਡਾਕੀਆ ਨਿਭਾਉਂਦਾ ਸੀ। ਪਹਿਲ ਡਾਕ ਵੰਡਣ ਦੇ ਕੰਮ ਲਈ ਡਾਕੀਏ ਪੈਦਲ ਹੀ ਜਾਂਦੇ ਸਨ ਪਰ ਬਾਅਦ ਵਿੱਚ ਸਾਈਕਲਾਂ ਨੇ ਇਹ ਕੰਮ ਸੁਖਾਲਾ ਬਣਾ ਦਿੱਤਾ। ਲੋਕ ਉਹਨਾਂ ਨੂੰ ਦੁਆ ਸਲਾਮ ਕਰਨਾ ਨਾ ਭੁੱਲਦੇ। ਲੰਘਦੇ ਵੜਦਿਆਂ ਨੂੰ ਅਕਸਰ ਚਿੱਠੀਆਂ ਬਾਰੇ ਪੁੱਛਦੇ। ਉਸ ਵੇਲੇ ਟੈਲੀਫੋਨ ਸੁਵਿਧਾ ਦੀ ਅਣਹੋਂਦ ਕਾਰਨ, ਅਣਹੋਂਦ ਮਤਲਬ ਨਾ ਹੋਣਾ, ਆਪਸੀ ਸੰਪਰਕ ਦਾ ਜ਼ਰੀਆ ਸਿਰਫ ਚਿੱਠੀਆਂ ਹੀ ਸਨ। ਚਿੱਠੀ ਨੂੰ ਅੱਧੀ ਮੁਲਾਕਾਤ ਮੰਨਿਆ ਜਾਂਦਾ ਸੀ। ਫੌਜੀ ਅਤੇ ਨੀਮ ਫੌਜੀ ਬਲਾਂ ਵਿੱਚ ਸੇਵਾ ਨਿਭਾ ਰਹੇ ਸੈਨਿਕਾਂ ਦੇ ਪਰਿਵਾਰਾਂ ਲਈ ਚਿੱਠੀ ਦੀ ਕਿੰਨੀ ਅਹਿਮੀਅਤ ਹੁੰਦੀ ਸੀ ਇਹ ਤਾਂ ਉਹੀ ਜਾਣਦੇ ਸਨ। ਬਾਹਰਲੇ ਮੁਲਕਾਂ ਤੋਂ ਜਦੋਂ ਅਲੱਗ ਪਛਾਣ ਵਾਲੇ ਵਿਦੇਸ਼ੀ ਲਿਫਾਫੇ ਵਾਲੀ ਚਿੱਠੀ ਆਉਂਦੀ ਤਾਂ ਪੂਰੇ ਪਰਿਵਾਰ ਨੂੰ ਚਾਅ ਚੜ੍ਹ ਜਾਣਾ ਮਤਲਬ ਬਹੁਤ ਖੁਸ਼ ਹੋਣਾ। ਸਕੂਲਾਂ ਵਿੱਚ ਪੜ੍ਹਦੇ ਬੱਚੇ ਕਈ ਵਾਰ ਚਿੱਠੀ ਨੂੰ ਪੜ੍ਹਦੇ ਬਜ਼ੁਰਗਾਂ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਸੁਣਾਉਂਦੇ। ਕਈ ਪੁਰਾਣੇ ਬੰਦਿਆਂ ਨੇ ਹਾਲੇ ਵੀ ਚਿੱਠੀਆਂ ਗਹਿਣਿਆਂ ਵਾਂਗ ਸੰਭਾਲ ਕੇ ਰੱਖੀਆਂ ਹੋਈਆਂ ਹਨ। ਪਿੰਡਾਂ ਵਿਚਲੇ ਸਾਹਿਤ ਦੇ ਸ਼ੌਕੀਨਾਂ ਲਈ ਡਾਕਖਾਨੇ ਦੀ ਖਾਸ ਮਹੱਤਤਾ ਹੁੰਦੀ ਸੀ। ਵੱਖ-ਵੱਖ ਮਾਸਿਕ, 2 ਮਾਸਿਕ, 3 ਮਾਸਿਕ, ਰਿਸਾਲੇ ਅਤੇ ਹੋਰ ਸਾਹਿਤਿਕ ਸਮੱਗਰੀ ਡਾਕ ਰਾਹੀਂ ਹੀ ਉਹਨਾਂ ਤੱਕ ਪਹੁੰਚਦੀ ਸੀ। ਡਾਕਖਾਨੇ ਜਾਣਾ ਉਹਨਾਂ ਦਾ ਵੀ ਨਿਤਨੇਮ ਹੁੰਦਾ ਸੀ। ਕਈ ਵਾਰ ਡਾਕੀਏ ਨੂੰ ਪਹੁੰਚਣ 'ਚ ਦੇਰ ਹੋ ਜਾਂਦੀ ਤਾਂ ਸਾਰਿਆਂ ਦੇ ਮੂੰਹੋਂ ਇੱਕੋ ਗੱਲ ਨਿਕਲਦੀ, ਅੱਜ ਪਤਾ ਨਹੀਂ ਕੀ ਗੱਲ ਹੋ ਗਈ। ਕਈ ਵਾਰ ਡਾਕੀਆ ਬਾਹਲੀ ਦੇਰ ਕਰ ਦਿੰਦਾ, ਬਾਹਲੀ ਮਤਲਬ ਬਹੁਤ ਜ਼ਿਆਦਾ, ਤਾਂ ਉਡੀਕਣ ਵਾਲੇ ਟਸ ਤੋਂ ਮਸ ਨਾ ਹੁੰਦੇ। ਕਈਆਂ ਨੂੰ ਚਿੱਠੀਆਂ ਤੋਂ ਇਲਾਵਾ ਫੌਜੀਆਂ ਜਾਂ ਵਿਦੇਸ਼ ਗਏ ਪੁੱਤਾਂ ਦੀ ਉਡੀਕ ਵੀ ਹੁੰਦੀ। ਡਾਕ ਵਾਲੀ ਥੈਲੀ ਖੁੱਲ੍ਹਣ 'ਤੇ ਸੈਂਕੜੇ ਚਿੱਠੀਆਂ ਦਾ ਢੇਰ ਲੱਗ ਜਾਂਦਾ। ਉਡੀਕ ਕਰ ਰਹੇ ਲੋਕ ਬੜੀ ਉਤਸੁਕਤਾ ਨਾਲ ਦੁਆਲੇ ਘੇਰਾ ਕੱਤ ਲੈਂਦੇ। ਵੱਖ-ਵੱਖ ਪਿੰਡਾਂ ਦੀ ਡਾਕ
ਛਾਂਟੀ ਹੋਣ ਤੱਕ ਉਹ ਸਾਹ ਰੋਕ ਕੇ ਖੜੇ ਰਹਿੰਦੇ। ਜਿਹੜੇ ਲੋਕ ਡਾਕਖਾਨੇ ਨਾ ਪਹੁੰਚ ਸਕਦੇ ਉਹ ਰਾਹ ਵਾਟੇ ਡਾਕੀਏ ਨੂੰ ਚਿੱਠੀ ਪੱਤਰ ਬਾਰੇ ਪੁੱਛਦੇ। ਬਾਕੀਆਂ ਵਾਂਗ ਡਾਕੀਆ ਉਹਨਾਂ ਲਈ ਵੀ ਇੱਕ ਅਹਿਮ ਵਿਅਕਤੀ ਅਤੇ ਸਤਿਕਾਰ ਦਾ ਪਾਤਰ ਸੀ। ਪਿੰਡਾਂ ਵਿੱਚ ਪੰਚਾਇਤੀ ਟੈਲੀਫੋਨ ਟਾਵਰ ਲਾਏ ਗਏ। ਤਾਂ ਹੁਣ ਅਗਲਾ ਸਮਾਂ ਆ ਗਿਆ। ਪਹਿਲਾਂ ਸਿਰਫ ਤੇ ਸਿਰਫ ਚਿੱਠੀਆਂ ਹੁੰਦੀਆਂ ਸਨ ਤੇ ਹੁਣ ਕੀ ਸੀ, ਪਿੰਡਾਂ ਦੇ ਸਾਂਝੇ ਜਿਹੜੇ ਨੇ ਟੈਲੀਫੋਨ ਲੱਗਣੇ ਸ਼ੁਰੂ ਹੋ ਗਏ। ਲੋਕਾਂ ਨੇ ਖੁਸ਼ੀ ਮਨਾਈ। ਇੱਕ ਪਿੰਡ ਦੀ ਪੰਚਾਇਤ ਦੇ ਇੱਕ ਟੈਲੀਫੋਨ ਨਾਲ ਕਿੱਥੇ ਗੱਲ ਬਣਨੀ ਸੀ, ਉਹ ਵੀ ਲੰਗੇ ਡੰਗ ਚੱਲਦੇ। ਲੰਗੇ ਡੰਗ ਮਤਲਬ ਕਦੀ ਚੱਲ ਰਹੇ ਹੁੰਦੇ, ਕਦੀ ਨਾ ਚੱਲਦੇ, ਖਰਾਬ ਹੁੰਦੇ। ਚਿੱਠੀਆਂ ਦਾ ਸਿਲਸਿਲਾ ਚੱਲਦਾ ਰਿਹਾ। ਕੁਝ ਸਾਲਾਂ ਬਾਅਦ ਸੜਕ ਦੇ ਨਾਲ ਨਾਲ ਡੂੰਘੀਆਂ ਖਾਈਆਂ ਪਿੰਡਾਂ ਵੱਲ ਨੂੰ ਪੁੱਟੀਆਂ ਜਾਣੀਆਂ ਸ਼ੁਰੂ ਹੋਈਆਂ, ਜੋ ਕੁਝ ਦਿਨਾਂ ਵਿੱਚ ਹੀ ਪਿੰਡਾਂ ਦੀਆਂ ਫਿਰਨੀਆਂ ਦੁਆਲੇ ਘੁੰਮਦੀਆਂ ਹੋਈਆਂ ਪਿੰਡਾਂ ਵਿੱਚ ਜਾ ਵੜੀਆਂ। ਫਿਰਨੀ ਹੁੰਦੀ ਹੈ ਪਿੰਡ ਦਾ ਆਲਾ ਦੁਆਲਾ। ਫਿਰ ਮੁਹੱਲਿਆਂ ਦੀਆਂ ਗਲੀਆਂ ਵੱਲ ਨੂੰ ਇਸ ਦੀਆਂ ਸ਼ਾਖਾਵਾਂ ਫੁੱਟ ਪਈਆਂ। ਤਾਰਾਂ ਵਿਛੀਆਂ। ਪਿੰਡਾਂ ਵਿੱਚ ਹੈਲੋ ਹੈਲੋ ਸ਼ੁਰੂ ਹੋ ਗਈ। ਚਿੱਠੀਆਂ, ਖਬਰਾਂ ਅਤੇ ਜ਼ਰੂਰੀ ਕਾਗਜ਼ਾਤ ਦੇਸ਼ ਵਿਦੇਸ਼ ਤੱਕ ਭੇਜਣ ਲਈ ਫੈਕਸ ਦੀ ਸਹੂਲਤ ਸ਼ਹਿਰਾਂ ਤੋਂ ਹੁੰਦੀ ਹੋਈ ਛੋਟੇ ਕਸਬਿਆਂ ਤੱਕ ਵੀ ਪਹੁੰਚ ਗਈ। ਤਾਂ ਫੈਕਸ ਦੇ ਕੀ ਹੁੰਦਾ ਹੈ ਕਿ ਤੁਸੀਂ ਕੋਈ ਵੀ ਕਾਗਜ਼ ਜੋ ਪਾਓਗੇ ਉਹਦੇ ਵਿੱਚ ਉਹ ਉਸੇ ਤਰ੍ਹਾਂ ਛਪ ਕੇ ਅਗਲੇ ਪਾਸੇ ਪਹੁੰਚ ਜਾਂਦਾ ਹੈ। ਪਿੰਡਾਂ ਵਿਚਲੇ STD ਬੂਥਾਂ 'ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ। ਰਹਿੰਦੀ ਕਸਰ ਮੋਬਾਈਲ ਅਤੇ ਇੰਟਰਨੈਟ ਸੇਵਾ ਨੇ ਕੱਢ ਦਿੱਤੀ। ਬਿਜਲਈ ਚਿੱਠੀਆਂ ਦਾ ਜ਼ਮਾਨਾ ਆ ਗਿਆ। ਸੋਸ਼ਲ ਮੀਡੀਆ ਨੇ ਤਾਂ ਚਿੱਠੀਆਂ ਵਾਲੇ ਲੰਮੇ ਸਫ਼ਰ ਨੂੰ ਸਕਿੰਟਾਂ ਵਿੱਚ ਤਬਦੀਲ ਕਰਕੇ ਨੇੜੇ ਲੈ ਆਂਦਾ ਹੈ। ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ। ਬਦਲਾਅ ਨੂੰ ਕਬੂਲ ਕੇ ਹੀ ਸਮੇਂ ਦੇ ਹਾਣੀ ਬਣਿਆ ਜਾ ਸਕਦਾ ਹੈ। ਤਾਂ ਅੰਤ ਵਿੱਚ ਲੇਖਕ ਕਹਿੰਦਾ ਹੈ ਕਿ ਜੋ ਵੀ ਬਦਲਾਅ ਆਉਂਦਾ ਹੈ, ਜੋ ਵੀ ਚੇਂਜ ਆਉਂਦਾ ਹੈ, ਉਸ ਨੂੰ ਕਬੂਲ ਕਰਕੇ ਹੀ ਅਸੀਂ ਸਮੇਂ ਦੇ ਹਾਣੀ ਬਣ ਸਕਦੇ ਹਾਂ, ਸਮੇਂ ਦੇ ਨਾਲ ਚੱਲ ਸਕਦੇ ਹਾਂ। ਇਹ ਸੀ ਪਾਠ ਸਮੇਂ-ਸਮੇਂ ਦੀ ਗੱਲ। ਹੁਣ ਆਪਾਂ ਇਸ ਦਾ ਅਭਿਆਸ ਹੱਲ ਕਰਦੇ ਹਾਂ। ਤਾਂ ਅਭਿਆਸ ਵਿੱਚ ਸਭ ਤੋਂ ਪਹਿਲਾਂ ਹੈ ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਡਾਕਖਾਨੇ ਵਿੱਚ ਡਾਕ ਉਡੀਕਣ ਵਾਲਿਆਂ ਦਾ ਤਾਂਤਾ ਕਦੋਂ ਲੱਗਦਾ ਸੀ। ਤਾਂ ਇਸ ਦਾ ਉੱਤਰ ਹੈ ਤਕਾਲਾਂ ਵੇਲੇ। ਅੱਗੇ ਡਾਕ ਉਡੀਕਣ ਵਾਲੇ ਕਿਹੜੇ-ਕਿਹੜੇ ਵਿਸ਼ਿਆਂ 'ਤੇ ਚਰਚਾ ਕਰਦੇ ਸਨ। ਇਸ ਦਾ ਉੱਤਰ ਹੈ ਵੱਖ-ਵੱਖ ਵਿਸ਼ਿਆਂ 'ਤੇ। ਅਗਲਾ ਪ੍ਰਸ਼ਨ ਹੈ ਪਿੰਡਾਂ ਦੇ ਸਾਹਿਤਿਕ ਸ਼ੌਕੀਨਾਂ ਲਈ ਡਾਕਖਾਨੇ ਦਾ ਕੀ ਮਹੱਤਵ ਹੁੰਦਾ ਸੀ। ਇਸ ਵਿੱਚ ਹੈ ਰਿਸਾਲੇ ਅਤੇ ਸਾਹਿਤਿਕ ਸਮੱਗਰੀ ਕਰਕੇ। ਅਤੇ ਇਸ ਵਿੱਚ ਆਖਰੀ ਪ੍ਰਸ਼ਨ ਹੈ ਫੈਕਸ ਰਾਹੀਂ ਕਿਹੜੀ ਸਹੂਲਤ ਪ੍ਰਾਪਤ ਹੁੰਦੀ ਹੈ। ਇਸ ਦਾ ਉੱਤਰ ਹੈ ਲਿਖਤੀ ਕਾਗਜ਼ ਭੇਜਿਆ ਜਾ ਸਕਦਾ ਹੈ। ਇਸ ਤੋਂ ਅੱਗੇ ਸਾਡੇ ਕੋਲ ਹਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਪਿੰਡਾਂ ਦੇ ਡਾਕਖਾਨਿਆਂ ਵਿੱਚ ਭੀੜ ਕਿਉਂ ਜੁੜਦੀ ਸੀ। ਉੱਤਰ ਹੈ ਡਾਕਖਾਨਿਆਂ ਵਿੱਚ ਫੌਜੀਆਂ ਅਤੇ ਵਿਦੇਸ਼ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੀ ਭੀੜ ਚਿੱਠੀ ਦੀ ਉਮੀਦ ਵਿੱਚ ਜੁੜਦੀ ਸੀ। ਅਗਲਾ ਪ੍ਰਸ਼ਨ ਡਾਕਖਾਨੇ ਦੇ ਕੰਮਕਾਜ ਦਾ ਸਮਾਂ ਕਿਹੜਾ ਹੁੰਦਾ ਸੀ। ਡਾਕਖਾਨੇ ਦੇ ਕੰਮ ਦਾ ਸਮਾਂ ਸਵੇਰ ਅਤੇ ਸ਼ਾਮ ਵੇਲੇ ਹੀ ਚੱਲਦਾ ਸੀ। ਤੀਜਾ ਪ੍ਰਸ਼ਨ ਹੈ ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਕੌਣ-ਕੌਣ ਹੁੰਦੇ ਸਨ। ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਫੌਜੀਆਂ ਦੇ ਬਜ਼ੁਰਗ ਬਾਪ, ਬੱਚੇ ਅਤੇ ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਪਰਿਵਾਰਿਕ ਮੈਂਬਰ ਹੁੰਦੇ ਸਨ। ਅਗਲਾ ਪ੍ਰਸ਼ਨ ਪਿੰਡਾਂ ਵਿੱਚ ਡਾਕ ਵੰਡਣ ਦੀ ਜ਼ਿੰਮੇਵਾਰੀ ਕੌਣ ਨਿਭਾਉਂਦਾ ਸੀ। ਪਿੰਡਾਂ ਵਿੱਚ ਡਾਕ ਵੰਡਣ ਦੀ ਜ਼ਿੰਮੇਵਾਰੀ ਡਾਕੀਆ ਨਿਭਾਉਂਦਾ ਸੀ। ਪੰਜਵਾਂ ਪ੍ਰਸ਼ਨ ਟੈਲੀਫੋਨ ਸਹੂਲਤ ਆਉਣ ਨਾਲ ਕੀ ਫਰਕ ਪਿਆ। ਟੈਲੀਫੋਨ ਸਹੂਲਤ ਆਉਣ ਨਾਲ ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ ਅਤੇ ਲੋਕ ਫੋਨ 'ਤੇ ਗੱਲ ਕਰਨ ਲੱਗੇ। ਛੇਵਾਂ ਪ੍ਰਸ਼ਨ ਟੈਲੀਫੋਨ ਤੋਂ ਬਾਅਦ ਹੋਰ ਕਿਹੜੀਆਂ ਸਹੂਲਤਾਂ ਆਈਆਂ। ਟੈਲੀਫੋਨ ਤੋਂ ਬਾਅਦ ਮੋਬਾਈਲ ਅਤੇ ਇੰਟਰਨੈਟ ਦੀਆਂ ਸਹੂਲਤਾਂ ਆਈਆਂ। ਇਸ ਤੋਂ ਅਗਲਾ ਤੀਸਰਾ ਪ੍ਰਸ਼ਨ ਹੈ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਸ਼ਾਮ ਨੂੰ ਡਾਕਖਾਨੇ 'ਚ ਕਿਹੜੇ-ਕਿਹੜੇ ਵਿਸ਼ਿਆਂ 'ਤੇ ਚੁੰਝ ਚਰਚਾ ਹੁੰਦੀ ਸੀ। ਇਸ ਦਾ ਉੱਤਰ ਹੈ ਸ਼ਾਮ ਨੂੰ ਡਾਕਖਾਨੇ ਵਿੱਚ ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਸਿਆਸਤ ਤੱਕ ਦੀਆਂ ਗੱਲਾਂ
ਹੁੰਦੀਆਂ ਸਨ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਡਾਕ ਆਉਣ ਵੇਲੇ ਕਿਹੋ ਜਿਹਾ ਮਾਹੌਲ ਹੁੰਦਾ ਸੀ? ਡਾਕ ਆਉਣ ਉਪਰੰਤ ਜਿਨ੍ਹਾਂ ਦੇ ਸੰਬੰਧੀਆਂ ਦੀਆਂ ਚਿੱਠੀਆਂ ਆਉਂਦੀਆਂ, ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ। ਬਾਕੀ ਕੱਲ੍ਹ 'ਤੇ ਆਸ ਰੱਖ ਕੇ ਘਰਾਂ ਨੂੰ ਪਰਤ ਜਾਂਦੇ ਸਨ। ਤੀਸਰਾ ਪ੍ਰਸ਼ਨ, ਲੋਕ ਡਾਕੀਏ ਦਾ ਸਤਿਕਾਰ ਕਿਵੇਂ ਕਰਦੇ ਸਨ? ਲੋਕ ਡਾਕੀਏ ਦੀ ਉਡੀਕ ਕਰਦੇ ਸਨ। ਡਾਕੀਆ ਉਹਨਾਂ ਲਈ ਇੱਕ ਅਹਿਮ ਵਿਅਕਤੀ ਅਤੇ ਸਤਿਕਾਰ ਦਾ ਪਾਤਰ ਸੀ। ਚੌਥਾ ਪ੍ਰਸ਼ਨ ਹੈ, ਵਿਦੇਸ਼ ਤੋਂ ਆਈ ਚਿੱਠੀ ਕਾਰਨ ਪਰਿਵਾਰਿਕ ਮਾਹੌਲ ਕਿਹੋ ਜਿਹਾ ਬਣ ਜਾਂਦਾ ਸੀ? ਜਦੋਂ ਕਦੇ ਵਿਦੇਸ਼ ਤੋਂ ਚਿੱਠੀ ਆਉਂਦੀ ਤਾਂ ਪੂਰੇ ਪਰਿਵਾਰ ਨੂੰ ਚਾਅ ਚੜ੍ਹ ਜਾਂਦਾ ਸੀ। ਸਕੂਲ ਪੜ੍ਹਦੇ ਬੱਚੇ ਕਈ ਵਾਰ ਚਿੱਠੀ ਨੂੰ ਪੜ੍ਹ ਕੇ ਬਜ਼ੁਰਗਾਂ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਸੁਣਾਉਂਦੇ ਸਨ। ਪੰਜਵਾਂ ਪ੍ਰਸ਼ਨ, ਡਾਕੀਏ ਦੀ ਦੇਰੀ ਕਾਰਨ ਲੋਕਾਂ ਦਾ ਕੀ ਪ੍ਰਤੀਕਰਮ ਹੁੰਦਾ ਸੀ? ਜੇ ਕਦੇ ਡਾਕੀਆ ਲੇਟ ਹੋ ਜਾਂਦਾ ਤਾਂ ਸਾਰੇ ਕਹਿੰਦੇ, ਅੱਜ ਪਤਾ ਨਹੀਂ ਕੀ ਗੱਲ ਹੋ ਗਈ। ਛੇਵਾਂ ਪ੍ਰਸ਼ਨ, ਅਜੋਕੇ ਸਮੇਂ ਵਿੱਚ ਚਿੱਠੀਆਂ ਦੀ ਥਾਂ ਕਿਹੜੀ ਸਹੂਲਤ ਨੇ ਲੈ ਲਈ ਹੈ ਅਤੇ ਸੰਚਾਰ ਦੇ ਹੋਰ ਕਿਹੜੇ ਸਾਧਨ ਪ੍ਰਚਲਿਤ ਹੋ ਗਏ ਹਨ? ਅਜੋਕੇ ਸਮੇਂ ਵਿੱਚ ਚਿੱਠੀਆਂ ਦੀ ਥਾਂ ਈਮੇਲ ਨੇ ਲੈ ਲਈ ਹੈ। ਮੋਬਾਈਲ ਫੋਨ, ਫੈਕਸ, ਇੰਟਰਨੈਟ ਅਤੇ ਸੋਸ਼ਲ ਮੀਡੀਆ ਵਰਗੇ ਸੰਚਾਰ ਸਾਧਨ ਪ੍ਰਚਲਿਤ ਹੋ ਗਏ ਹਨ। ਇਸ ਤੋਂ ਅੱਗੇ ਸਾਡਾ ਚੌਥਾ ਪ੍ਰਸ਼ਨ ਹੈ, ਵਾਕਾਂ ਵਿੱਚ ਵਰਤੋ, ਜਿਸ ਵਿੱਚ ਪਹਿਲਾ ਸ਼ਬਦ ਹੈ ਦੂਰ ਦੁਰਾਡੇ, ਜਿਸ ਦਾ ਅਸੀਂ ਵਾਕ ਬਣਾ ਸਕਦੇ ਹਾਂ, ਸਾਡੇ ਰਿਸ਼ਤੇਦਾਰ ਦੂਰ ਦੁਰਾਡੇ ਰਹਿੰਦੇ ਹਨ। ਅਗਲਾ, ਭੀੜ, ਡਾਕਖਾਨੇ ਕੋਲ ਭੀੜ ਲੱਗੀ ਰਹਿੰਦੀ ਸੀ। ਤੀਜਾ ਸ਼ਬਦ ਹੈ ਵਰਣਨ, ਮੇਲੇ ਦਾ ਦ੍ਰਿਸ਼ ਵਰਣਨ ਕਰੋ। ਚੌਥਾ ਸ਼ਬਦ ਸੁਖਾਲਾ, ਮੋਬਾਈਲ ਨੇ ਗੱਲ ਕਰਨਾ ਸੁਖਾਲਾ ਕਰ ਦਿੱਤਾ ਹੈ। ਅੱਗੇ ਹੈ ਸੁਵਿਧਾ, ਨਵੀਂ ਸੁਵਿਧਾ ਆਉਣ ਨਾਲ ਚਿੱਠੀ ਦਾ ਰਿਵਾਜ ਘਟ ਗਿਆ ਹੈ। ਅੱਗੇ ਨਿਤਨੇਮ, ਡਾਕਖਾਨੇ ਜਾਣਾ ਲੋਕਾਂ ਦਾ ਨਿਤਨੇਮ ਸੀ। ਅਤੇ ਆਖਰੀ ਸ਼ਬਦ ਹੈ ਤਬਦੀਲ, ਅਸੀਂ ਆਪਣਾ ਘਰ ਤਬਦੀਲ ਕਰ ਲਿਆ ਹੈ। ਇਸ ਤੋਂ ਅੱਗੇ ਸਾਡੇ ਕੋਲ ਹਨ ਖਾਲੀ ਥਾਵਾਂ ਭਰੋ, ਜਿਸ ਵਿੱਚ ਪਹਿਲਾ ਹੈ, ਪਹੁੰਚਦਿਆਂ ਹੀ ਚਿੱਠੀ ਲਿਖ ਦਈ ਮੇਰਾ ਪੁੱਤ, ਆਪਣੀ ਡੈਸ਼ ਦੀ, ਆਪਣੀ ਖਬਰਸਾਰ ਦੀ। ਅਗਲਾ, ਪਿੰਡਾਂ ਦੀਆਂ ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸਾਂ ਵਿਦੇਸਾਂ ਦੀ ਡੈਸ਼ ਤੱਕ ਦੀਆਂ ਗੱਲਾਂ ਇੱਥੇ ਹੁੰਦੀਆਂ। ਸਿਆਸਤ। ਤੀਸਰਾ, ਲੋਕ ਉਹਨਾਂ ਨੂੰ ਡੈਸ਼ ਕਰਨਾ ਨਾ ਭੁੱਲਦੇ। ਦੁਆ ਸਲਾਮ। ਅਗਲਾ, ਚਿੱਠੀ ਨੂੰ ਡੈਸ਼ ਮੰਨਿਆ ਜਾਂਦਾ ਸੀ। ਅੱਧੀ ਮੁਲਾਕਾਤ। ਅਗਲਾ, ਮੁਹੱਲਿਆਂ ਦੀਆਂ ਗਲੀਆਂ ਵੱਲ ਨੂੰ ਇਸ ਦੀਆਂ ਡੈਸ਼ ਫੁੱਟ ਪਈਆਂ, ਸ਼ਾਖਾਵਾਂ। ਤੇ ਅੱਗੇ ਹੈ, ਪਿੰਡਾਂ ਵਿਚਲੇ ਡੈਸ਼ ਬੂਥਾਂ 'ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ, STD। ਅਤੇ ਆਖਰੀ ਹੈ, ਡੈਸ਼ ਦਾ ਜ਼ਮਾਨਾ ਆ ਗਿਆ, ਈਮੇਲ। ਇਸ ਤੋਂ ਅੱਗੇ ਸਾਡੇ ਕੋਲ ਹਨ ਵਚਨ ਬਦਲੋ, ਜਿਸ ਵਿੱਚ ਪਹਿਲਾ ਹੈ ਸ਼ਾਖਾਵਾਂ, ਜਿਸ ਦਾ ਵਚਨ ਬਦਲੇਗਾ ਸ਼ਾਖਾ। ਸਮੱਸਿਆਵਾਂ ਦਾ ਸਮੱਸਿਆ, ਰਿਸਾਲੇ ਦਾ ਰਿਸਾਲਾ, ਥੈਲੀ ਦਾ ਥੈਲੀਆਂ, ਖਾਈ ਤੋਂ ਖਾਈਆਂ ਅਤੇ ਖਬਰ ਤੋਂ ਖਬਰਾਂ। ਸਾਡਾ ਸੱਤਵਾਂ ਪ੍ਰਸ਼ਨ ਹੈ, ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ, ਜਿਸ ਵਿੱਚ ਪਹਿਲਾ ਸ਼ਬਦ ਹੈ ਉਡੀਕ, ਜਿਸ ਨੂੰ ਹਿੰਦੀ ਵਿੱਚ ਲਿਖਾਂਗੇ ਪ੍ਰਤੀਕਸ਼ਾ ਅਤੇ ਅੰਗਰੇਜ਼ੀ ਵਿੱਚ ਵੇਟ, WAIT। ਸਿਆਲ, ਹਿੰਦੀ ਵਿੱਚ ਸਰਦੀ ਤੇ ਅੰਗਰੇਜ਼ੀ ਵਿੱਚ ਵਿੰਟਰ, WINTER। ਸਮੱਸਿਆ, ਹਿੰਦੀ ਵਿੱਚ ਸਮੱਸਿਆ, ਅੰਗਰੇਜ਼ੀ ਵਿੱਚ ਪ੍ਰੋਬਲਮ, PROBLEM। ਲਗਾਤਾਰ, ਹਿੰਦੀ ਵਿੱਚ ਨਿਰੰਤਰ, ਅੰਗਰੇਜ਼ੀ ਵਿੱਚ ਕੰਟੀਨਿਊਅਸ, CONTINUOUS। ਮੁਲਾਕਾਤ, ਹਿੰਦੀ ਵਿੱਚ ਮੁਲਾਕਾਤ ਅਤੇ ਅੰਗਰੇਜ਼ੀ ਵਿੱਚ ਮੀਟਿੰਗ, MEETING। ਨਿਤਨੇਮ, ਹਿੰਦੀ ਵਿੱਚ ਦਿਨਚਰਿਆ, ਅੰਗਰੇਜ਼ੀ ਵਿੱਚ ਰੂਟੀਨ, ROUTINE। ਸਫ਼ਰ, ਹਿੰਦੀ ਵਿੱਚ ਸਫ਼ਰ ਔਰ ਅੰਗਰੇਜ਼ੀ ਵਿੱਚ ਜਰਨੀ, JOURNEY। ਬਦਲਾਅ, ਹਿੰਦੀ ਵਿੱਚ ਪਰਿਵਰਤਨ ਅਤੇ ਅੰਗਰੇਜ਼ੀ ਵਿੱਚ ਚੇਂਜ, CHANGE। ਤਾਂ ਬੱਚਿਓ, ਇਹ ਸੀ ਤੁਹਾਡਾ ਪਾਠ ਸਮੇਂ ਦੀ ਗੱਲ।
ਤਾਂ ਤੁਹਾਨੂੰ ਦੇਖਿਆ ਤੁਸੀਂ ਕਿ ਚਿੱਠੀ ਪੱਤਰਾਂ ਦਾ ਸਮਾਂ ਕਿੰਨਾ ਜ਼ਿਆਦਾ ਦਿਲਚਸਪ ਹੁੰਦਾ ਸੀ। ਤੁਸੀਂ ਵੀ ਆਪਣੇ ਬਜ਼ੁਰਗਾਂ ਨੂੰ ਜ਼ਰੂਰ ਪੁੱਛਿਓ ਕਿ ਉਹਨਾਂ ਨੇ ਵੀ ਕੀ ਕੋਈ ਚਿੱਠੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਤੇ ਉਹਨਾਂ ਨੂੰ ਪੜ੍ਹਨ ਦਾ ਮਜ਼ਾ ਲਿਓ। ਤੁਹਾਡਾ ਅਗਲਾ ਪਾਠ ਲੈ ਕੇ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।